ਸਤਿ ਸ੍ਰੀ ਅਕਾਲ। ਆਓ ਬਿਨਾਂ ਕਿਸੇ ਦੇ ਦੇਰੀ ਦੇ ਸਿੱਧਾ ਅੱਜ ਦੇ ਇਸ ਬਹੁਤ ਹੀ ਖਾਸ ਵਿਸ਼ਲੇਸ਼ਣ ਵੱਲ ਚੱਲਦੇ ਹਾਂ। ਅੱਜ ਆਪਾਂ ਕਿਸੇ ਆਮ ਕਿਤਾਬ ਜਾਂ ਲੇਖ ਬਾਰੇ ਗੱਲ ਨਹੀਂ ਕਰ ਰਹੇ। ਅੱਜ ਸਾਡੇ ਕੋਲ ਇੱਕ ਅਜਿਹੀ ਟ੍ਰਾਂਸਕ੍ਰਿਪਟ ਹੈ ਜਿਸ ਵਿੱਚ ਇੱਕ ਵੀ ਸ਼ਬਦ ਨਹੀਂ ਬੋਲਿਆ ਗਿਆ। ਸੱਚੀ, ਇਹ ਪੂਰੀ ਤਰ੍ਹਾਂ ਨਾਲ ਸਿਰਫ ਆਵਾਜ਼ਾਂ ਅਤੇ ਸੰਗੀਤ ਤੇ ਆਧਾਰਿਤ ਹੈ। ਪਰ ਯਕੀਨ ਮੰਨੋ, ਇਨ੍ਹਾਂ ਆਵਾਜ਼ਾਂ ਦੇ ਪਿੱਛੇ ਬਚਾਅ ਅਤੇ ਇੱਕ ਬਿਲਕੁਲ ਹੀ ਅਨੋਖੀ ਦੋਸਤੀ ਦੀ ਇੱਕ ਬਹੁਤ ਹੀ ਖੂਬਸੂਰਤ ਕਹਾਣੀ ਛੁਪੀ ਹੋਈ ਹੈ। ਇੱਕ ਲੂੰਬੜੀ ਅਤੇ ਇੱਕ ਛੋਟੇ ਜਿਹੇ ਪੰਛੀ ਦੀ ਕਹਾਣੀ। ਆਓ ਇਸ ਆਵਾਜ਼ੀ ਸਫ਼ਰ ਨੂੰ ਮਹਿਸੂਸ ਕਰੀਏ। ਜ਼ਰਾ ਇਨ੍ਹਾਂ ਆਵਾਜ਼ਾਂ ਬਾਰੇ ਸੋਚੋ। ਚਬਾਉਣਾ, ਗਲੇ ਵਿੱਚ ਫਸਣਾ, ਥੁੱਕਣਾ, ਇਹਨਾਂ ਨੂੰ ਸੁਣਦੇ ਸਾਰੀ ਆਪਾਂ ਸਿੱਧਾ ਇੱਕ ਕਠੋਰ ਅਤੇ ਬੇਰਹਿਮ ਜੰਗਲ ਦੇ ਮਾਹੌਲ ਵਿੱਚ ਪਹੁੰਚ ਜਾਂਦੇ ਹਾਂ, ਹੈ ਨਾ? ਇੱਥੇ ਕੋਈ ਹਰਿਆਵਲ ਜਾਂ ਆਰਾਮਦਾਇਕ ਦ੍ਰਿਸ਼ ਨਹੀਂ ਹੈ। ਆਪਾਂ ਨੂੰ ਸਾਫ਼ ਪਤਾ ਲੱਗਦਾ ਹੈ ਕਿ ਇੱਕ ਇਕੱਲਾ ਸ਼ਿਕਾਰੀ ਸਿਰਫ ਜ਼ਿੰਦਾ ਰਹਿਣ ਲਈ ਕਿੰਨਾ ਸੰਘਰਸ਼ ਕਰ ਰਿਹਾ ਹੈ। ਇੱਥੇ ਖਾਣੇ ਦਾ ਮਤਲਬ ਕੋਈ ਸਵਾਦ ਲੈਣਾ ਨਹੀਂ, ਬਲਕਿ ਸਿਰਫ ਆਪਣੀ ਜਾਨ ਬਚਾਉਣਾ ਹੈ। ਇੱਕ ਇਕੱਲਾ ਸ਼ਿਕਾਰੀ, ਜੰਗਲ ਦੀ ਅਸਲੀਅਤ। ਆਓ ਦੇਖੀਏ ਕਿ ਸ਼ੁਰੂਆਤੀ ਮਾਹੌਲ ਕਿਵੇਂ ਬਣਦਾ ਹੈ। ਇਸ ਸ਼ੁਰੂਆਤ ਵਿੱਚ ਸਾਡੇ ਮੁੱਖ ਪਾਤਰ ਯਾਨੀ ਲੂੰਬੜੀ ਦੀ ਕੋਈ ਤਸਵੀਰ ਨਹੀਂ ਹੈ, ਸਗੋਂ ਉਸ ਨੂੰ ਸਿਰਫ ਭਾਰੀਆਂ ਅਤੇ ਉਦਾਸ ਆਵਾਜ਼ਾਂ ਰਾਹੀਂ ਪੇਸ਼ ਕੀਤਾ ਗਿਆ ਹੈ। ਤੇਜ਼ ਹਵਾ ਦਾ ਵਗਣਾ, ਬੇਚੈਨੀ ਨਾਲ ਕੁਝ ਸੁੰਘਣਾ, ਭਾਰੀ ਥੱਕੇ ਹੋਏ ਕਦਮ, ਚਿੱਕੜ ਦੀ ਆਵਾਜ਼ ਅਤੇ ਅੰਤ ਵਿੱਚ ਇੱਕ ਬਹੁਤ ਹੀ ਨਿਰਾਸ਼ਾ ਭਰੀ ਸਾਹ। ਆਪਾਂ ਬਿਲਕੁਲ ਮਹਿਸੂਸ ਕਰ ਸਕਦੇ ਹਾਂ ਕਿ ਇਹ ਜੀਵ ਕਿੰਨਾ ਥੱਕਿਆ ਹੋਇਆ ਅਤੇ ਇਕੱਲਾ ਹੈ। ਇਹ ਇੱਕ ਅਜਿਹਾ ਮਾਹੌਲ ਹੈ ਜੋ ਸਾਨੂੰ ਦੱਸਦਾ ਹੈ ਕਿ ਜੰਗਲ ਵਿੱਚ ਜ਼ਿੰਦਗੀ ਕਿੰਨੀ ਔਖੀ ਹੋ ਸਕਦੀ ਹੈ। ਇੱਕ ਅਨੋਖੀ ਮੁਲਾਕਾਤ, ਦੋ ਦੁਨੀਆਵਾਂ ਦਾ ਮੇਲ। ਹੁਣ ਕਹਾਣੀ ਵਿੱਚ ਅਸਲੀ ਮੋੜ ਇੱਥੇ ਆਉਂਦਾ ਹੈ। ਲੂੰਬੜੀ ਦੀ ਉਸ ਭਾਰੀ ਅਤੇ ਹਨੇਰੀ ਦੁਨੀਆ ਵਿੱਚ ਅਚਾਨਕ ਕੁਝ ਬਿਲਕੁਲ ਹੀ ਵੱਖਰਾ ਦਾਖਲ ਹੁੰਦਾ ਹੈ। ਆਪਾਂ ਇੱਥੇ ਇੱਕ ਬਹੁਤ ਵੱਡਾ ਫਰਕ ਦੇਖ ਸਕਦੇ ਹਾਂ। ਇੱਕ ਪਾਸੇ ਲੂੰਬੜੀ ਹੈ, ਭਾਰੀ ਕਦਮ, ਗੁਰਰਾਉਣਾ, ਖੁਰਦਰੀਆਂ ਆਵਾਜ਼ਾਂ, ਅਤੇ ਦੂਜੇ ਪਾਸੇ ਸਾਡਾ ਛੋਟਾ ਜਿਹਾ ਪੰਛੀ, ਹਲਕੀ ਉਛਾਲ, ਪਿਆਰੀ ਜਿਹੀ ਸੀਟੀ ਅਤੇ ਇੱਕ ਬਹੁਤ ਹੀ ਸੁਰੀਲਾ ਹਾਰਪ ਸੰਗੀਤ। ਇਹ ਬਿਲਕੁਲ ਜ਼ਮੀਨ ਅਤੇ ਆਸਮਾਨ ਦਾ ਫਰਕ ਹੈ। ਇਹ ਆਵਾਜ਼ਾਂ ਸਾਨੂੰ ਦੱਸਦੀਆਂ ਹਨ ਕਿ ਇਹਨਾਂ ਦੋਵਾਂ ਨੂੰ ਇੱਕ ਦੂਜੇ ਦੇ ਨੇੜੇ ਆਉਣ ਲਈ ਕਿੰਨਾ ਵੱਡਾ ਪਾੜਾ ਪਾਰ ਕਰਨਾ ਪਵੇਗਾ। ਪਰ ਫਿਰ ਉਹ ਪਹਿਲੀ ਮੁਲਾਕਾਤ ਹੁੰਦੀ ਹੈ। ਆਵਾਜ਼ਾਂ ਦਾ ਕ੍ਰਮ ਦੇਖੋ, ਪੱਤਿਆਂ ਦੀ ਖੜਖੜਾਹਟ, ਹਲਕੀ ਉਛਾਲ ਅਤੇ ਫਿਰ ਪੰਛੀ ਦੀ ਇੱਕ ਬਹੁਤ ਹੀ ਉਤਸ਼ਾਹਿਤ ਸੀਟੀ। ਇੱਥੇ ਕਹਾਣੀ ਬਿਲਕੁਲ ਬਦਲ ਜਾਂਦੀ ਹੈ। ਹੁਣ ਇਹ ਸਿਰਫ ਆਸ-ਪਾਸ ਦੀਆਂ ਆਵਾਜ਼ਾਂ ਨਹੀਂ ਰਹੀਆਂ, ਇਹ ਇੱਕ ਸਰਗਰਮ ਗੱਲਬਾਤ ਬਣ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੰਛੀ ਸ਼ਿਕਾਰੀ ਨੂੰ ਦੇਖ ਕੇ ਡਰਨ ਦੀ ਬਜਾਏ ਉਤਸੁਕ ਹੈ। ਦੋਸਤੀ ਦੀ ਇਕਸੁਰਤਾ, ਪਾੜੇ ਨੂੰ ਮਿਟਾਉਣਾ। ਆਓ ਦੇਖੀਏ ਕਿ ਇਹ ਦੋਵੇਂ ਆਪਣਾ ਅਸੰਭਵ ਜਿਹਾ ਰਿਸ਼ਤਾ ਕਿਵੇਂ ਬਣਾਉਂਦੇ ਹਨ। ਆਪਾਂ ਇਸ ਦੋਸਤੀ ਦੇ ਸਫ਼ਰ ਨੂੰ ਕਦਮ ਦਰ ਕਦਮ ਆਵਾਜ਼ਾਂ ਰਾਹੀਂ ਮਹਿਸੂਸ ਕਰ ਸਕਦੇ ਹਾਂ। ਪਹਿਲਾ ਕਦਮ ਹੈਰਾਨੀ ਨਾਲ ਸੁੰਘਣਾ, ਮਤਲਬ ਆਪਸੇ ਹਿਚਕਿਚਾਹਟ। ਫਿਰ ਦੂਜਾ ਕਦਮ ਪਿਆਰ ਨਾਲ ਰਗੜਨਾ ਅਤੇ ਉਹ ਸੁਰੀਲਾ ਹਾਰਪ ਸੰਗੀਤ। ਇਹ ਪਿਆਰ ਅਤੇ ਸਨੇਹ ਦੀ ਸ਼ੁਰੂਆਤ ਹੈ। ਅਤੇ ਅੰਤ ਵਿੱਚ ਤੀਜਾ ਕਦਮ ਸਾਂਝੀ ਸ਼ਾਂਤੀ। ਬਚਾਅ ਵਾਲਾ ਤਣਾਅ ਹੁਣ ਖਤਮ ਹੋ ਜਾਂਦਾ ਹੈ ਅਤੇ ਸਾਨੂੰ ਝਿੰਗਰਾ ਦੀ ਸ਼ਾਂਤ ਆਵਾਜ਼ ਦੇ ਨਾਲ ਬਹੁਤ ਹੀ ਖੁਸ਼ੀ ਭਰਿਆ ਸੰਗੀਤ ਸੁਣਾਈ ਦਿੰਦਾ ਹੈ। ਕਮਾਲ ਹੈ ਨਾ? ਇੱਥੇ ਇਕਸੁਰਤਾ ਸ਼ਬਦ ਨੂੰ ਥੋੜਾ ਸਮਝਦੇ ਹਾਂ। ਇਸ ਕਹਾਣੀ ਵਿੱਚ ਇਕਸੁਰਤਾ ਦਾ ਮਤਲਬ ਹੈ ਦੋ ਬਿਲਕੁਲ ਵਿਰੋਧੀ ਤਾਕਤਾਂ ਦਾ ਇਕੱਠੇ ਸ਼ਾਂਤੀ ਨਾਲ ਰਹਿਣਾ। ਅਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਸਾਨੂੰ ਇਹ ਦੱਸਣ ਲਈ ਕੋਈ ਸ਼ਬਦ ਨਹੀਂ ਵਰਤੇ ਗਏ। ਕਠੋਰ ਆਵਾਜ਼ਾਂ ਦੀ ਥਾਂ ਜਦੋਂ ਸ਼ਾਂਤ ਸੰਗੀਤ ਲੈਂਦਾ ਹੈ ਤਾਂ ਸਾਨੂੰ ਆਪਣੇ ਆਪ ਸਮਝ ਆ ਜਾਂਦਾ ਹੈ ਕਿ ਇਹ ਦੋਵੇਂ ਹੁਣ ਪੱਕੇ ਦੋਸਤ ਬਣ ਚੁੱਕੇ ਹਨ। ਖਤਰੇ ਦਾ ਸਾਹਮਣਾ, ਆਖਰੀ ਇਮਤਿਹਾਨ। ਖੈਰ, ਜੰਗਲ ਵਿੱਚ ਕੋਈ ਵੀ ਸ਼ਾਂਤੀ ਜ਼ਿਆਦਾ ਦੇਰ ਨਹੀਂ ਟਿਕਦੀ ਹੈ ਨਾ? ਆਓ ਅੱਗੇ ਵਧੀਏ। ਹੁਣ ਤੱਕ ਜੋ ਪਿਆਰੀ ਜਿਹੀ ਦੋਸਤੀ ਬਣੀ ਸੀ, ਉਸ ਦਾ ਸਾਹਮਣਾ ਹੁਣ ਜੰਗਲ ਦੀ ਬੇਰਹਿਮ ਅਸਲੀਅਤ ਨਾਲ ਹੁੰਦਾ ਹੈ। ਆਵਾਜ਼ਾਂ ਦੇ ਜ਼ਰੀਏ ਖਤਰਾ ਸਕਿੰਟਾਂ ਵਿੱਚ ਕਿਵੇਂ ਵੱਧਦਾ ਹੈ, ਜ਼ਰਾ ਧਿਆਨ ਦਿਓ। ਪਹਿਲਾਂ ਡਰਾਉਣੀ ਬਿਜਲੀ ਅਤੇ ਮੀਂਹ, ਫਿਰ ਅਚਾਨਕ ਦਹਾੜਾ ਅਤੇ ਕਿਸੇ ਵੱਡੇ ਜਾਨਵਰ ਦੇ ਤੇਜ਼ ਕਦਮ ਯਾਨੀ ਪਿੱਛਾ ਸ਼ੁਰੂ, ਫਿਰ ਗਰਜਦੇ ਝਰਨੇ ਦੀ ਆਵਾਜ਼ ਜਿੱਥੇ ਉਹ ਬੁਰੀ ਤਰ੍ਹਾਂ ਫਸ ਜਾਂਦੇ ਹਨ, ਅਤੇ ਅੰਤ ਵਿੱਚ ਖੰਭਾਂ ਦੇ ਜ਼ੋਰਦਾਰ ਫੜਫੜਾਉਣ ਦੀ ਆਵਾਜ਼। ਇਹ ਇੱਕਦਮ ਰੋਂਗਟੇ ਖੜੇ ਕਰ ਦੇਣ ਵਾਲਾ ਸਫ਼ਰ ਹੈ। ਕਲਪਨਾ ਕਰੋ, ਬਿਲਕੁਲ ਉਸੇ ਪਲ ਵਿੱਚ ਹੋਣ ਦੀ। ਇੱਕ ਵੱਡੀ ਦਹਾੜ, ਪਿੱਛੇ ਆਉਂਦੇ ਤੇਜ਼ ਕਦਮ, ਗੁਰਰਾਉਣਾ ਅਤੇ ਨਾਲ ਹੀ ਇੱਕ ਵੱਡੇ ਝਰਨੇ ਦੀ ਕੰਨ ਪਾੜਵੀਂ ਗਰਜ। ਇਹ ਇੰਦਰੀਆਂ ਤੇ ਇੱਕ ਬਹੁਤ ਵੱਡਾ ਹਮਲਾ ਹੈ। ਸਾਡੇ ਦੋਵੇਂ ਦੋਸਤ ਹੁਣ ਫਸ ਚੁੱਕੇ ਹਨ। ਅੱਗੇ ਮੌਤ ਹੈ ਅਤੇ ਪਿੱਛੇ ਡੂੰਗੀ ਖਾਈ। ਸਥਿਤੀ ਬਹੁਤ ਹੀ ਗੰਭੀਰ ਹੈ। ਪਰ ਫਿਰ ਬਿਲਕੁਲ ਐਨ ਮੌਕੇ ਤੇ ਕੁਝ ਅਜਿਹਾ ਹੁੰਦਾ ਹੈ ਜਿਸ ਦੀ ਉਮੀਦ ਨਹੀਂ ਸੀ। ਸਾਨੂੰ ਪੰਛੀ ਦੇ ਖੰਭਾਂ ਦੇ ਜ਼ੋਰਦਾਰ ਫੜਫੜਾਉਣ ਦੀ ਆਵਾਜ਼ ਆਉਂਦੀ ਹੈ ਅਤੇ ਉਸ ਤੋਂ ਤੁਰੰਤ ਬਾਅਦ ਸ਼ਾਂਤ ਸੰਗੀਤ। ਬਸ
ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਉਸ ਛੋਟੇ ਜਿਹੇ ਪੰਛੀ ਨੇ ਆਪਣੀ ਪੂਰੀ ਤਾਕਤ ਲਗਾ ਕੇ ਆਪਣੇ ਦੋਸਤ ਦੀ ਜਾਨ ਬਚਾ ਲਈ ਹੈ। ਉਹਨਾਂ ਨੇ ਮਿਲ ਕੇ ਮੌਤ ਨੂੰ ਮਾਤ ਦੇ ਦਿੱਤੀ। ਕਹਾਣੀ ਦੀ ਸਿੱਖਿਆ, ਜੰਗਲ ਵਿੱਚ ਏਕਤਾ। ਆਓ ਦੇਖੀਏ ਕਿ ਇਸ ਖਤਰਨਾਕ ਘਟਨਾ ਤੋਂ ਬਾਅਦ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ। ਬਚਾਅ ਤੋਂ ਬਾਅਦ ਆਵਾਜ਼ਾਂ ਦਾ ਜੋ ਕ੍ਰਮ ਹੈ ਉਹ ਭਾਵਨਾਵਾਂ ਨਾਲ ਭਰਿਆ ਹੋਇਆ ਹੈ। ਸਭ ਤੋਂ ਪਹਿਲਾਂ ਉਦਾਸ ਸੰਗੀਤ ਆਉਂਦਾ ਹੈ, ਸ਼ਾਇਦ ਇਹ ਅਹਿਸਾਸ ਕਿ ਉਹਨਾਂ ਨੇ ਲਗਭਗ ਇੱਕ ਦੂਜੇ ਨੂੰ ਗੁਆਈ ਦਿੱਤਾ ਸੀ। ਫਿਰ ਇੱਕ ਹਲਕੀ ਥਾਪ ਅਤੇ ਸ਼ਾਂਤ ਸੰਗੀਤ ਆਉਂਦਾ ਹੈ ਜੋ ਸਾਨੂੰ ਦੱਸਦਾ ਹੈ ਕਿ ਹੁਣ ਸਭ ਠੀਕ ਹੈ। ਅਤੇ ਅੰਤ ਵਿੱਚ ਖੁਸ਼ੀ ਭਰੇ ਸੰਗੀਤ ਦੇ ਨਾਲ ਚਬਾਉਣ ਦੀਆਂ ਆਵਾਜ਼ਾਂ ਵਾਪਸ ਆਉਂਦੀਆਂ ਹਨ। ਉਹ ਸੁਰੱਖਿਅਤ ਹਨ। ਇਹ ਪੂਰੀ ਕਹਾਣੀ ਦਾ ਸਭ ਤੋਂ ਸ਼ਾਨਦਾਰ ਹਿੱਸਾ ਹੈ। ਜ਼ਰਾ ਸ਼ੁਰੂਆਤ ਅਤੇ ਅੰਤ ਦੀ ਤੁਲਨਾ ਕਰੋ। ਸ਼ੁਰੂਆਤ ਵਿੱਚ ਆਪਾਂ ਲੂੰਬੜੀ ਨੂੰ ਇਕੱਲੇ, ਦੁਖੀ ਹੋ ਕੇ ਖਾਂਦੇ ਅਤੇ ਥੁੱਕਦੇ ਹੋਏ ਸੁਣਿਆ ਸੀ। ਇਹ ਬਚਾਅ ਦੀ ਇੱਕ ਕੌੜੀ ਜੰਗ ਸੀ। ਪਰ ਹੁਣ ਅੰਤ ਵਿੱਚ ਆਪਾਂ ਉਹਨਾਂ ਨੂੰ ਇਕੱਠੇ, ਹਲਕੇ-ਫੁਲਕੇ ਸੰਗੀਤ ਦੇ ਨਾਲ ਮਿਲ ਕੇ ਖਾਣਾ ਖਾਂਦੇ ਹੋਏ ਸੁਣਦੇ ਹਾਂ। ਇਹ ਸਿੱਧੇ ਤੌਰ ਤੇ ਸਾਨੂੰ ਦੱਸਦਾ ਹੈ ਕਿ ਇਸ ਅਨੋਖੀ ਦੋਸਤੀ ਨੇ ਉਹਨਾਂ ਦੀ ਪੂਰੀ ਦੁਨੀਆ ਹੀ ਬਦਲ ਕੇ ਰੱਖ ਦਿੱਤੀ ਹੈ। ਇਸੇ ਖੂਬਸੂਰਤ ਵਿਚਾਰ ਦੇ ਨਾਲ ਆਪਾਂ ਇਸ ਵਿਸ਼ਲੇਸ਼ਣ ਦੇ ਅੰਤ ਤੇ ਪਹੁੰਚਦੇ ਹਾਂ। ਜ਼ਰਾ ਸੋਚੋ, ਜੇਕਰ ਦੋ ਬਿਲਕੁਲ ਵੱਖਰੇ ਜੀਵ, ਇੱਕ ਸ਼ਿਕਾਰੀ ਅਤੇ ਇੱਕ ਛੋਟਾ ਜਿਹਾ ਪੰਛੀ, ਜੰਗਲ ਦੀ ਇੰਨੀ ਵੱਡੀ ਮੁਸੀਬਤ ਵਿੱਚ ਮਿਲ ਕੇ ਏਕਤਾ ਅਤੇ ਸ਼ਾਂਤੀ ਲੱਭ ਸਕਦੇ ਹਨ, ਤਾਂ ਆਪਾਂ ਅਜਿਹੀ ਅਚਾਨਕ ਬਣੀ ਦੋਸਤੀ ਅਤੇ ਸਾਥ ਰਾਹੀਂ ਕਿਹੜੀਆਂ ਹੱਦਾਂ ਪਾਰ ਨਹੀਂ ਕਰ ਸਕਦੇ। ਇਹ ਸਿਰਫ ਆਵਾਜ਼ਾਂ ਨਹੀਂ ਹਨ, ਇਹ ਸਾਡੇ ਸਾਰਿਆਂ ਲਈ ਇੱਕ ਬਹੁਤ ਹੀ ਡੂੰਘੀ ਸਿੱਖਿਆ ਹੈ। ਇਸ ਆਵਾਜ਼ੀ ਸਫ਼ਰ ਵਿੱਚ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਅਗਲੀ ਵਾਰ।